Hello dear students, how are you all? Welcome back to the session of class 8 math subject. Today we will start our next unit number 3. This is understanding quadrilaterals means ਚਤੁਰਭੁਜਾਵਾਂ ਨੂੰ ਸਮਝਣਾ। ਤੇ ਵਿਦਿਆਰਥੀਓ ਇਸ ਸੈਸ਼ਨ ਵਿੱਚ ਅਸੀਂ ਇਸ ਚੈਪਟਰ ਦੀ ਇੰਟਰੋਡਕਸ਼ਨ ਹੈ ਉਹ ਕਵਰ ਕਰਾਂਗੇ ਤੇ ਨੈਕਸਟ ਵੀਡੀਓ ਲੈਕਚਰ ਦੇ ਵਿੱਚ ਅਸੀਂ 3.1 ਜਿਹੜੀ ਐਕਸਰਸਾਈਜ਼ ਹੈ ਉਹਨੂੰ ਅਸੀਂ ਕਵਰ ਕਰਾਂਗੇ। ਤੋ ਵਿਦਿਆਰਥੀਓ ਸਭ ਤੋਂ ਪਹਿਲਾਂ ਤੇ ਇੰਟਰੋਡਕਸ਼ਨ ਹੈ ਕਿ ਚਤੁਰਭੁਜਾਵਾਂ ਨੂੰ ਸਮਝਣਾ। ਇਸ ਤੋਂ ਭਾਵ ਕੀ ਹੈ? ਅੰਡਰਸਟੈਂਡਿੰਗ ਕੁਆਡਰੀਲੇਟਰਲਸ। ਠੀਕ ਹੈ, ਚਤੁਰਭੁਜਾਵਾਂ ਪੰਜਾਬੀ ਦੇ ਵਿੱਚ ਅਸੀਂ ਇਦਾਂ ਲਿਖਾਂਗੇ ਚਤੁਰਭੁਜਾਵਾਂ ਤੇ ਨਾਲ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ? ਕੁਆਡਰੀਲੇਟਰਲਸ। ਠੀਕ ਹੈ, ਕੁਆਡ ਦਾ ਮਤਲਬ ਹੁੰਦਾ ਹੈ ਬੱਚੋ 4। ਕੁਆਡ ਦਾ ਮਤਲਬ ਕੀ ਹੁੰਦਾ ਹੈ? 4। ਇਸ ਦਾ ਮਤਲਬ ਕਿ ਉਹ ਬੰਦ ਆਕਿਰਤੀ। ठीक है, बंद आकृति मतलब कि एक क्लोज्ड पॉलीगन। ठीक है, ਜਿਹੜੀ ਕਿ ਕਲੋਜ਼ਡ ਮੈਂ ਇੱਥੇ ਕਲੋਜ਼ਡ ਚਲੋ ਪੋਲੀਗਨ ਵਰਡ ਵੈਸੇ ਤਾਂ ਅਸੀਂ ਬਹੁਭੁਜ ਲਈ ਯੂਜ਼ ਕਰਦੇ ਹਾਂ। ਠੀਕ ਹੈ, ਆਕ੍ਰਿਤੀ ਦਾ ਮਤਲਬ ਹੁੰਦਾ ਹੈ ਸ਼ੇਪ। ਠੀਕ ਹੈ, ਬਹੁਭੁਜ ਕਲੋਜ਼ਡ ਸ਼ੇਪ ਕੀ ਹੋਏਗੀ? ਬਹੁਭੁਜ ਦਾ ਮਤਲਬ ਹੈ ਪੋਲੀਗਨ। ਠੀਕ ਹੈ, ਜਿਸ ਦੀਆਂ 4 ਭੁਜਾਵਾਂ ਹੋਣ। ਕਿੰਨੀਆਂ ਭੁਜਾਵਾਂ ਹੋਣ? 4 ਭੁਜਾਵਾਂ ਹੋਣ। ਉਸਨੂੰ ਅਸੀਂ ਕੀ ਕਵਾਂਗੇ? ਉਸਨੂੰ ਅਸੀਂ ਆਖਾਂਗੇ ਕੁਆਡਰੀਲੇਟਰਲ। ਠੀਕ ਹੈ, ਤੇ ਵਿਦਿਆਰਥੀਓ ਕੁਆਡਰੀਲੇਟਰਲ ਜਿਹੜੀ ਹੈ ਉਹਨੂੰ ਅਸੀਂ ਬ੍ਰੌਡਲੀ ਇੱਥੇ ਜਿਹੜਾ ਮੈਂ ਤੁਹਾਨੂੰ ਇਹਦੀ ਇੱਕ ਟਾਈਪ ਦੱਸਣ ਲੱਗਾ ਹਾਂ। ਠੀਕ ਹੈ, ਇਹ ਸਟਾਰਟਿੰਗ ਵਿੱਚ ਹੀ ਹੈ। ਇਸਨੂੰ ਆਖਦੇ ਹਾਂ ਅਸੀਂ, ਇਹਨੂੰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਹਾਂ। 4 ਭੁਜਾਵਾਂ ਦਾ ਮਤਲਬ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ। ਚਲੋ ਮੈਂ ਇੱਥੇ ਨਾ ਇਦਾਂ ਕਰਦਾ, ਇੱਕ ਫਿਗਰ ਬਣਾ ਹੀ ਦਿੰਦਾ। ਤੋ ਫਿਗਰ ਸਾਡੇ ਕੋਲ ਹੈ ਜਿਹਦੀਆਂ 4 ਭੁਜਾਵਾਂ ਹੋਣ। ਲਓ ਜੀ, ਇਹ ਇੱਕ ਚਤੁਰਭੁਜ ਬਣ ਗਈ ਹੈ ਜਿਹਨੂੰ ਅਸੀਂ ਕੁਆਡਰੀਲੇਟਰਲ ਦਾ ਨਾਮ ਦੇਵਾਂਗੇ। ਇੱਕ ਕੁਆਡਰੀਲੇਟਰਲ ਵਿੱਚ ਮੈਂ ਇਸ ਤਰ੍ਹਾਂ ਦੀ ਬਣਾ ਦਿੰਦਾ। ਹੁਣ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੋਏਗਾ, ਉਹ ਫਰਕ ਅਸੀਂ ਦੇਖਣਾ ਹੈ। ਦੇਖੋ 4 ਭੁਜਾਵਾਂ ਤੇ 4 ਅੰਦਰੂਨੀ ਕੋਣ ਇਹਦੇ ਵਿੱਚ ਹੋਣੇ ਹਨ। ਠੀਕ ਹੈ, ਇਹ ਦੇਖੋ ਇਹ ਵਾਲੇ 4 ਅੰਦਰੂਨੀ ਕੋਣ ਹਨ। ਓਕੇ ਜੀ, ਔਰ ਇਹ ਦੀਆਂ 4 ਭੁਜਾਵਾਂ ਹਨ। ਸਿਮਿਲਰਲੀ ਇੱਥੇ ਜਿਹੜੇ ਨੇ ਆ ਅੰਦਰੂਨੀ ਕੋਣ ਹਨ। ਓਕੇ, ਔਰ 4 ਇਹਦੀਆਂ ਕੀ ਹੋਣਗੀਆਂ? ਭੁਜਾਵਾਂ। ਇਸ ਨੂੰ ਅਸੀਂ ਚਤੁਰਭੁਜ ਆਖਾਂਗੇ, ਮਤਲਬ ਕਿ ਕੁਆਡਰੀਲੇਟਰਲ। ਓਕੇ, ਤੋ ਕੁਆਡਰੀਲੇਟਰਲ ਜਿਹੜੀਆਂ ਨੇ ਬੱਚੋ ਇਹ ਫਰਦਰ ਮਤਲਬ ਇੱਥੇ ਅਸੀਂ ਇਹਨਾਂ ਨੂੰ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਨੇ ਜਿੰਨੇ ਵੀ ਇੰਟਰਨਲ ਐਂਗਲ ਨੇ ਜੋ ਕਿ 4 ਹਨ, ਚਾਰੋਂ ਐਂਗਲ ਜਿਹੜੇ ਨੇ ਉਹ 180 ਡਿਗਰੀ ਤੋਂ ਘੱਟ ਹਨ। ਠੀਕ ਹੈ, ਕਿੰਨੇ? 180 ਡਿਗਰੀ ਤੋਂ ਕੀ ਹਨ? ਘੱਟ ਹਨ। ਠੀਕ ਹੈ, ਲੈਸ ਦੇਨ ਹਨ। ਤੋ ਇਹਦਾ ਮਤਲਬ ਉਹ ਚਤੁਰਭੁਜ ਜਿਸ ਦੇ ਸਾਰੇ ਕੋਣ ਜਿਹੜੇ ਨੇ ਉਹ ਕੀ ਆ? ਇਹ 180 ਡਿਗਰੀ ਤੋਂ ਕੀ ਹੋਣ? ਲੈਸ ਦੇਨ ਹੋਣ। ਠੀਕ ਹੈ, ਕਿੰਨੇ ਡਿਗਰੀ ਤੋਂ? 180 ਡਿਗਰੀ ਤੋਂ ਲੈਸ ਦੇਨ ਹੋਣ। ਉਹਨਾਂ ਨੂੰ ਬੱਚੋ ਅਸੀਂ ਆਖਦੇ ਹਾਂ, ਉਹਨਾਂ ਨੂੰ ਅਸੀਂ ਆਖਾਂਗੇ ਕਨਵੈਕਸ ਪੋਲੀਗਨ ਜਾਂ ਕਨਵੈਕਸ ਕੁਆਡਰੀਲੇਟਰਲ ਜਾਂ ਫਿਰ ਉੱਤਲ ਚਤੁਰਭੁਜ। ਕੀ ਆਖਾਂਗੇ? ਉੱਤਲ ਚਤੁਰਭੁਜ। ਠੀਕ ਹੈ, ਇਸ ਦਾ ਨਾਮ ਹੁੰਦਾ ਹੈ ਉੱਤਲ ਚਤੁਰਭੁਜ। ਇੰਗਲਿਸ਼ ਵਿੱਚ ਇਹਨੂੰ ਅਸੀਂ ਆਖਦੇ ਹਾਂ ਕਨਵੈਕਸ ਕੁਆਡਰੀਲੇਟਰਲ। ਓਕੇ ਜੀ, तो सब तो पहला ये पॉइंट ਜਿਹੜਾ ਨੇ ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈ। ਕਨਵੈਕਸ ਕੁਆਡਰੀਲੇਟਰਲ ਕਿਹੜੀਆਂ ਹੋਈਆਂ? ਜਿਨ੍ਹਾਂ ਦੇ ਅੰਦਰੂਨੀ ਕੋਣ ਜਿਹੜੇ ਨੇ ਉਹ 180 ਡਿਗਰੀ ਤੋਂ ਘੱਟ ਹੋਣ। ਤੇ ਵਿਦਿਆਰਥੀਓ ਜਿਸ ਚਤੁਰਭੁਜ ਵਿੱਚ ਕੋਈ ਇੱਕ ਕੋਣ ਜਿਹੜਾ ਹੈ 180 ਡਿਗਰੀ ਤੋਂ ਜ਼ਿਆਦਾ ਹੋਵੇ। ਠੀਕ ਹੈ, ਕੋਈ ਇੱਕ ਮੈਂ ਲਿਖ ਰਿਹਾ, ਕੋਈ ਇੱਕ ਕੋਣ, ਕੋਈ ਇੱਕ ਕੀ ਹੋਏਗਾ? ਕੋਣ 180 ਡਿਗਰੀ ਤੋਂ ਕੀ ਹੋਵੇ? ਜ਼ਿਆਦਾ ਹੋਵੇ। ਠੀਕ ਹੈ, ਤਾਂ ਫਿਰ ਬੱਚੋ ਉਸ ਚਤੁਰਭੁਜ ਨੂੰ ਅਸੀਂ ਆਖਦੇ ਹਾਂ ਅਵਤਲ ਚਤੁਰਭੁਜ। ਠੀਕ ਹੈ, ਕੀ ਆਖਦੇ ਹਾਂ? ਅਵਤਲ ਚਤੁਰਭੁਜ, ਯਾਨੀ ਕਿ ਇੰਗਲਿਸ਼ ਵਿੱਚ ਇਹਨੂੰ ਆਖਾਂਗੇ ਬੱਚੋ ਕਨਕੇਵ। ਠੀਕ ਹੈ, ਕੀ ਆਖਦੇ ਹਾਂ? ਕਨਕੇਵ ਕੁਆਡਰੀਲੇਟਰਲ। ਇੱਦਾਂ ਹੀ ਬਾਕੀ ਚਲੋ ਪੋਲੀਗਨ ਜਿਹਦੀਆਂ 4 ਭੁਜਾਵਾਂ ਤੋਂ ਜ਼ਿਆਦਾ ਹੋਰ ਵੀ ਭੁਜਾਵਾਂ ਹੋਣਗੀਆਂ ਉਹਨਾਂ ਨੂੰ ਫਿਰ ਪੋਲੀਗਨ ਦਾ ਨਾਮ ਦੇ ਦਿੱਤਾ ਜਾਵੇਗਾ। ਤੋ ਕਨਕੇਵ ਪੋਲੀਗਨ मतलब कनकेव कुआडरीलेटरल अवतल चतुर्भुज जिस ਵਿੱਚ ਕੋਈ ਇੱਕ ਕੋਣ 180 ਡਿਗਰੀ ਤੋਂ ਕੀ ਹੁੰਦਾ ਹੈ? ਜ਼ਿਆਦਾ ਹੁੰਦਾ ਹੈ। ਜਿਵੇਂ ਕਿ ਇੱਥੇ 180 ਡਿਗਰੀ ਤੋਂ ਕੋਣ ਜਿਹੜਾ ਹੈ ਉਹ ਇਹ ਵਾਲਾ ਜ਼ਿਆਦਾ ਹੈ। ਓਕੇ ਜੀ, ਤੋ ਇਹ ਸੀਗੀ ਇੰਟਰੋਡਕਸ਼ਨ। ਤੇ ਬੱਚੋ ਹੁਣ ਅਸੀਂ ਅੱਗੇ ਫਰਦਰ ਇਸ ਚੈਪਟਰ ਨੂੰ ਕੰਟੀਨਿਊ ਰੱਖਾਂਗੇ। ਇਸ ਚੈਪਟਰ ਦੇ ਵਿੱਚ ਤੁਸੀਂ ਡਿਫਰੈਂਟ ਟਾਈਪ ਦੀਆਂ ਕੁਆਡਰੀਲੇਟਰਲਸ ਜਿਹੜੀਆਂ ਨੇ ਉਹ ਡਿਸਕਸ ਕਰੂੰਗੇ ਤੇ ਉਹਨਾਂ ਦੇ ਵਿਚਕਾਰ ਕੀ ਡਿਫਰੈਂਸ਼ੀਏਸ਼ਨ ਕੀ ਡਿਫਰੈਂਸ ਹੁੰਦੇ ਹਨ ਉਹਨਾਂ ਬਾਰੇ ਜਾਣੋਗੇ ਤੇ ਉਹਨਾਂ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ ਨੇ। ਉਹਨਾਂ ਦੇ ਆਧਾਰ ਤੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕੁਆਡਰੀਲੇਟਰਲਸ ਨੂੰ ਅਲੱਗ-ਅਲੱਗ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਹੈਡਿੰਗ ਦੇਵਾਂਗੇ ਟਾਈਪਸ ਆਫ ਕੁਆਡਰੀਲੇਟਰਲ, ਮਤਲਬ ਕਿ ਚਤੁਰਭੁਜਾਵਾਂ ਦੀਆਂ ਕਿਸਮਾਂ। ਠੀਕ ਹੈ,
टाइप्स ऑफ क्वाड्रिलेटरल मतलब चतुर्भुजां ਦੀਆਂ किस्मां, ठीक है, चतुर्भुजावां ਦੀਆਂ किस्मां। ओके, तो विद्यार्थियों सब तो पहली चतुर्भुज ਜਿਹੜੀ ਹੈ ਉਹ ਤਾਂ ਬੱਚੋ ਤੁਸੀਂ ਛੋਟੀ ਕਲਾਸ ਤੋਂ ਹੀ ਪੜ੍ਹਦੇ ਆ ਰਹੇ ਹੋ ਕਿ ਉਹ ਬੰਦ ਆਕ੍ਰਿਤੀ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਤੇ ਕੋਣ ਵੀ ਜਿਹੜੇ ਨੇ ਉਹ 90 ਡਿਗਰੀ ਦੇ ਹੋਣ। ਤੇ ਵਿਦਿਆਰਥੀਓ ਤੁਹਾਨੂੰ ਸ਼ਾਇਦ ਯਾਦ ਹੋਏਗਾ ਇਸ ਨੂੰ ਅਸੀਂ ਸਕੁਏਅਰ ਯਾਨੀ ਕਿ ਵਰਗ ਆਖਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਅਗਲੀ ਚਤੁਰਭੁਜ ਕਿਹੜੀ ਹੋਈ ਜਿਸ ਵਿੱਚ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹਨ ਤੇ ਕੋਣ ਜਿਹੜੇ ਨੇ ਉਹ 90 ਡਿਗਰੀ ਦੇ ਹਨ। ਤਾਂ ਵਿਦਿਆਰਥੀਓ ਇਸ ਨੂੰ ਅਸੀਂ ਕੀ ਆਖਦੇ ਹਾਂ ਰੈਕਟੈਂਗਲ। ਰੈਕਟੈਂਗਲ ਮਤਲਬ ਕਿ ਕੀ ਹੁੰਦਾ ਹੈ ਰੈਕਟੈਂਗਲ ਦਾ ਮਤਲਬ ਹੁੰਦਾ ਹੈ ਚਤੁਰਭੁਜ। ਰੈਕਟੈਂਗਲ ਦਾ ਮਤਲਬ ਹੁੰਦਾ ਹੈ ਆਇਤ, ਠੀਕ ਹੈ। ਤਾਂ ਇਹ ਵੀ ਇੱਕ ਕੀ ਹੈ ਚਤੁਰਭੁਜ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ ਅਗਲੇ ਵਿੱਚ ਅਸੀਂ ਕੀ ਕਰਦੇ ਹਾਂ ਅਗਲੇ ਵਿੱਚ ਦੋ ਸਮਾਂਤਰ ਭੁਜਾਵਾਂ ਮੈਂ ਕੁਝ ਇਸ ਤਰੀਕੇ ਨਾਲ ਬਣਾ ਦਿੰਦਾ ਤੇ ਆਹ ਵਾਲੀ ਭੁਜਾ ਇਹਦੇ ਇਸ ਭੁਜਾ ਦੇ ਨॉन ਪੈਰਲਰ ਹੈ, ਠੀਕ ਹੈ। ਤਾਂ ਦੋ ਸਾਈਡਾਂ ਨॉन ਪੈਰਲਰ ਹੋ ਗਈਆਂ ਬਟ ਆਹ ਜਿਹੜੀ ਸਾਈਡ ਆ ਇਹਦੇ ਪੈਰਲਰ ਆ ਪਰ ਬਰਾਬਰ ਨਹੀਂ ਹੈ। ਇਹਨੂੰ ਅਸੀਂ A ਮੰਨ ਲੈਂਦੇ ਆ B ਮੰਨ ਲੈਂਦੇ A ਤੇ B ਦੀ ਲੈਂਥ ਬਰਾਬਰ ਨਹੀਂ ਹੈ ਤੇ ਇਹ ਨॉन ਪੈਰਲਰ ਸਾਈਡ ਇਹਦੇ ਵਿੱਚ ਹੋ ਗਈਆਂ, ਠੀਕ ਹੈ। ਇਸ ਨੂੰ ਕੀ ਆਖਦੇ ਹਨ ਇਸ ਨੂੰ ਬੱਚੋ ਇੰਗਲਿਸ਼ ਵਿੱਚ ਕਹਿੰਦੇ ਨੇ ਟ੍ਰਪੀਜ਼ੀਅਮ, ਠੀਕ ਹੈ। ਕੀ ਆਖਦੇ ਹਾਂ ਟ੍ਰਪੀਜ਼ੀਅਮ। ਇੱਥੇ ਤੁਸੀਂ ਸਾਰਿਆਂ ਨੇ ਆਇਤ ਲਿਖ ਲੈਣਾ ਹੈ, ਓਕੇ। ਔਰ ਇਹ ਕੀ ਸੀਗਾ ਵਰਗ। ਉਸ ਤੋਂ ਬਾਅਦ ਟ੍ਰਪੀਜ਼ੀਅਮ। ਟ੍ਰਪੀਜ਼ੀਅਮ ਦਾ ਮਤਲਬ ਹੁੰਦਾ ਹੈ ਬੱਚੋ ਸਮਲੰਬ ਚਤੁਰਭੁਜ, ਠੀਕ ਹੈ। ਪੰਜਾਬੀ ਵਿੱਚ ਇਹਨੂੰ ਕੀ ਆਖਦੇ ਹਨ ਸਮਲੰਬ ਚਤੁਰਭੁਜ, ਓਕੇ। ਇਹ ਸਾਰੇ ਵਿਦਿਆਰਥੀਆਂ ਨੇ ਯਾਦ ਰੱਖਣਾ ਹੈ। ਇਹ ਜਿਹੜੇ ਐਰੋ ਮੈਂ ਇੱਥੇ ਮਾਰ ਰਿਹਾ ਇਹਨਾਂ ਐਰੋ ਦਾ ਮਤਲਬ ਤੁਸੀਂ ਸਮਝ ਲੈਣਾ ਹੈ ਕਿ ਇਹ ਭੁਜਾ ਜਿਹੜੀ ਹੈ B ਭੁਜਾ ਦੇ ਕੀ ਹੈ ਪੈਰਲਰ। ਪੈਰਲਰ ਦਾ ਮਤਲਬ ਸਮਾਂਤਰ, ਠੀਕ ਹੈ। A ਭੁਜਾ B ਭੁਜਾ ਦੇ ਕੀ ਹੈ ਸਮਾਂਤਰ ਹੈਗੀ ਹੈ। ਇਸ ਨੂੰ ਵਿਦਿਆਰਥੀਓ ਅਸੀਂ ਆਖਦੇ ਹਾਂ ਕੀ ਆਖਦੇ ਹਾਂ ਸਮਲੰਬ ਚਤੁਰਭੁਜ। ਇਹ ਸਾਰੇ ਵਿਦਿਆਰਥੀਆਂ ਨੇ ਯਾਦ ਰੱਖਣਾ ਹੈ, ਠੀਕ ਹੈ। ਉਸ ਤੋਂ ਬਾਅਦ ਇੱਕ ਅਸੀਂ ਹੋਰ ਕਰ ਲੈਂਦੇ ਹਾਂ, ਚਲੋ ਇਹਦੇ ਵਿੱਚ ਕੀ ਹੈ ਇਹ ਮੈਂ ਇੱਕ ਇਸ ਤਰ੍ਹਾਂ ਦੀ ਬੱਚੋ ਚਤੁਰਭੁਜ ਬਣਾਈ ਹੈ ਜਿਸ ਵਿੱਚ ਆਹ ਵਾਲੀ ਸਾਈਡ A ਵਾਲੀ ਸਾਈਡ A ਵਾਲੀ ਸਾਈਡ ਸਾਰੀਆਂ ਬਰਾਬਰ ਹਨ ਤੇ ਇਹਦੇ ਵਿੱਚ ਜਿਹੜੀ ਆਹ ਵਾਲੇ ਆਪੋਜ਼ਿਟ ਸਾਈਡ ਨੂੰ ਜਦੋਂ ਆਪਾਂ ਮਿਲਾ ਦਿੰਦੇ ਇਹਨਾਂ ਨੂੰ ਵਿਕਰਨ ਯਾਨੀ ਕਿ ਡਾਇਗਨਲ ਆਖਦੇ ਹਾਂ। ਤਾਂ ਇਹ ਡਾਇਗਨਲ ਇੱਥੇ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹਨ। ਕਿੰਨੇ ਡਿਗਰੀ ਤੇ 90 ਡਿਗਰੀ ਤੇ ਕੱਟਦੇ ਹਨ। ਇਹਨੂੰ ਅਸੀਂ ਕਹਿੰਦੇ ਹਾਂ ਸਮਚਤੁਰਭੁਜ ਯਾਨੀ ਕਿ ਸਮਚਤੁਰਭੁਜ ਦਾ ਮਤਲਬ ਹੁੰਦਾ ਹੈ ਰੋਮਬਸ, ਠੀਕ ਹੈ। ਕੀ ਹੁੰਦਾ ਹੈ ਰੋਮਬਸ, ਜਿਹਦੇ ਬਾਰੇ ਅਸੀਂ ਡਿਟੇਲ ਵਿੱਚ ਪੜਾਂਗੇ, ਠੀਕ ਹੈ। ਉਸ ਤੋਂ ਬਾਅਦ ਇਹ ਆਇਤ ਹੈ ਮੈਂ ਆਇਤ ਨੂੰ ਕੀ ਕਰਦਾ ਇਹਦੀਆਂ ਸਾਈਡਾਂ ਕੁਝ ਇਸ ਤਰੀਕੇ ਨਾਲ ਚੇਂਜ ਕਰ ਦਿੰਦਾ ਇੱਧਰ ਕਰ ਦਿੱਤੀ ਔਰ ਇਹ ਵਾਲੀ ਸਾਈਡ ਨੂੰ ਆਪਾਂ ਇਦਾਂ ਥੋੜਾ ਜਿਹਾ ਇਹਦੇ ਪੈਰਲਲ ਲੈ ਗਏ, ਠੀਕ ਹੈ। तो बच्चों ये साड़ी कुछ इस तरह की आकृति बन जाऊगी इस तरीके नाल, ठीक है। इस आकृति का नाम हुंदा है विद्यार्थियों इसनूं कहंदे ने आ साइड इहदे पैरलर, ठीक है, और ये वाली साइड इहदे पैरलर ते बराबर है, ओके। इसनूं बच्चों असीं आखदे हां पैरलर। देखो नाम आ गया ना, पैरलर का मतलब है समांतर, ठीक है। की हुंदा है समांतर। तो इनू आपां आखदे हां समांतर चतुर्भुज, ठीक है। तो साडा पहली एक्सरसाइज सारी समांतर चतुर्भुज दे बेस्ड है, ठीक है, जिसनूं असीं पैरलोग्राम इंग्लिश विच की आखदे हां पैरलोग्राम। जे बच्चे किसी ने इंग्लिश मीडियम दे विच पढ़ना है तो वो फिर ओनू नालों नाल ओहदी भी क्लैरिटी होंदी रहेगी, ठीक है। पैरलोग्राम दिस इज नोन एज पैरलोग्राम, ओके। सो टूडेज टॉपिक इज अबाउट पैरलोग्राम मतलब कि समांतर चतुर्भुज, ठीक है। तो इहदियां असीं समांतर चतुर्भुज दीयां प्रॉपर्टीज जिहड़ियां ने वो असीं डिस्कस करांगे ते कल दे साडे लैक्चर दे विच फिर असीं उहनां दे गुण जिहड़े आ वो असीं डिस्कस करांगे, ओके। तो आओ विद्यार्थियों पैरलोग्राम बारे डिस्कस करदे हां। सब तो पहलां तुसीं लिखना है समांतर चतुर्भुज दे समांतर चतुर्भुज दे गुण। समांतर चतुर्भुज दे गुण की होणगे विद्यार्थियों ये तुसीं हैडिंग दे देना है। तो सब तो पहला गुण जिहड़ा है वो विद्यार्थियों की होएगा। उस तो पहला ना थोड़ा जिहा एक मैं एक चीज़ होर ऐड कर दिंदा कई वेले पेपर च पुछ ले जांदे क्योंकि तुहाडी बुक दे विच है। कई वेले की हुंदा है कि जिद्दां मैं एक चतुर्भुज बनाई सी ਇਹਦੇ ਵਿੱਚ ਇਹਨੂੰ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਉਹ ਸਮਲੰਬ ਚਤੁਰਭੁਜ ਹੈ, ਠੀਕ ਹੈ, ਜਿਸ ਦੀਆਂ ਦੋਨੋਂ ਅਸਮਾਂਤਰ ਭੁਜਾਵਾਂ ਬਰਾਬਰ ਹੋਣ। ਜੇ ਮੰਨ ਲਓ ਆਹ ਵਾਲੀ ਸਾਈਡ ਇਹਦੇ ਬਰਾਬਰ ਹੋ ਜਾਏ, ਠੀਕ ਹੈ, ਜੇ ਇਹਨੂੰ ਮੈਂ C ਮੰਨ ਲਾਂ ਇਹਨੂੰ D ਮੰਨ ਲਾਂ ਇਹ ਫਿਗਰ ਤੁਸੀਂ ਇੱਕ ਵਾਰ ਫਿਰ ਬਣਾ ਲੈਣੀ ਇਸ ਤੋਂ ਬਾਅਦ, ਠੀਕ ਹੈ। ਲਾਸਟ ਵਿੱਚ ਮਤਲਬ ਇਹ ਲਾਸਟ ਵਿੱਚ ਇੱਕ ਫਿਗਰ ਹੋਰ ਬਣਾ ਕੇ C ਤੇ D ਜੇਕਰ ਬਰਾਬਰ ਹੋਵੇ ਤਾਂ ਫਿਰ ਉਸ ਟ੍ਰਪੀਜ਼ੀਅਮ ਦਾ ਨਾਮ ਜਿਹੜਾ ਹੈ ਉਹ ਸਮ ਦੋ ਭੁਜੀ ਰੱਖ ਦਿੰਦੇ ਆਪਾਂ, ਠੀਕ ਹੈ। ਕੀ ਆ ਜਾਂਦਾ ਸਮ ਦੋ ਭੁਜੀ। ਸਮ ਦੋ ਭੁਜੀ ਦਾ ਮਤਲਬ ਇਹ ਤੁਸੀਂ ਇੱਥੇ ਲਿਖ ਲਿਓ ਇੱਕ ਸੈਕਿੰਡ
ਇਹਨੂੰ ਤੁਸੀਂ ਇੱਥੇ ਲਿਖ ਲੈਣਾ ਹੈ ਸਮ ਦੋ ਭੁਜੀ। ਠੀਕ ਹੈ, ਸਮ ਦੋ ਭੁਜੀ ਦਾ ਮਤਲਬ ਹੁੰਦਾ ਆਈਸੋਸੇਲਿਸ। ਤੁਹਾਨੂੰ ਯਾਦ ਹੋਏਗਾ, ਤੁਸੀਂ ਟ੍ਰਾਇੰਗਲ ਬਾਰੇ ਵੀ ਸਮਝਿਆ ਸੀਗਾ 7ਵੀਂ ਕਲਾਸ 'ਚ। ਤਾਂ ਉਹ ਟ੍ਰਾਇੰਗਲ ਵੀ ਜਿਹੜੀਆਂ ਦੋ ਸਾਈਡਾਂ ਬਰਾਬਰ ਹੁੰਦੀਆਂ ਨੇ ਉਹਨੂੰ ਆਈਸੋਸੇਲਿਸ ਟ੍ਰਾਇੰਗਲ ਕਹਿੰਦੇ ਆ। ਤਾਂ ਇੱਥੇ ਵੀ ਆਈਸੋਸੇਲਿਸ ਜਿਹੜੀ ਹੈ ਟ੍ਰੇਪੀਜ਼ੀਅਮ ਇਹਦਾ ਨਾਮ ਅਸੀਂ ਦੇਵਾਂਗੇ। ਕੀ ਨਾਮ ਦੇਵਾਂਗੇ? ਆਈਸੋਸੇਲਿਸ। ਓਕੇ, ਤਾਂ ਇਹ ਲਾਸਟ ਵਿੱਚ ਤੁਸੀਂ ਇਸ ਤੋਂ ਬਾਅਦ ਲਿਖ ਲੈਣਾ। ਹੁਣ ਸਾਡਾ ਟੌਪਿਕ ਆ ਰਿਹਾ ਸਮਾਂਤਰ ਚਤੁਰਭੁਜ ਦੇ ਗੁਣ। ਸਮਾਂਤਰ ਚਤੁਰਭੁਜ ਦੇ ਗੁਣ। ਓਕੇ, ਤੋ ਵਿਦਿਆਰਥੀਓ ਸਾਡਾ ਨੈਕਸਟ ਇਹਦੇ ਵਿੱਚ ਜੋ ਸਮਾਂਤਰ ਚਤੁਰਭੁਜ ਦੇ ਗੁਣ ਯਾਨੀ ਕਿ ਪ੍ਰੋਪਰਟੀਜ਼ ਆਫ ਪੈਰਲੋਗ੍ਰਾਮ, ਤੁਸੀਂ ਹੈਡਿੰਗ ਦੇ ਦਿਓ ਪ੍ਰੋਪਰਟੀਜ਼ ਆਫ ਪੈਰਲੋਗ੍ਰਾਮ। ਠੀਕ ਹੈ, ਪੈਰਲੋਗ੍ਰਾਮ ਪੂਰਾ ਵੀ ਲਿਖ ਲਿਓ, ਨਹੀਂ ਤਾਂ ਮੈਂ ਚਲੋ ਇਸ ਤਰ੍ਹਾਂ ਪੈਰਲੋਗ੍ਰਾਮ ਜਿਹੜਾ ਹੈ ਉਹ ਸ਼ਾਰਟ ਵਿੱਚ ਲਿਖ ਦੇਣਾ ਪੈਰਲੋਗ੍ਰਾਮ। ਓਕੇ, ਪੈਰਲੋਗ੍ਰਾਮ ਦੇ ਵਿੱਚ ਸਭ ਤੋਂ ਪਹਿਲੀ ਪ੍ਰੋਪਰਟੀ ਇਹ ਹੈ, ਇਸ ਪ੍ਰੋਪਰਟੀ ਨੂੰ ਯਾਦ ਰੱਖਣਾ ਕਿ ਇਨ ਏ ਪੈਰਲੋਗ੍ਰਾਮ the opposite sides are equal। ਕੀ ਹੁੰਦਾ ਹੈ? opposite sides ਜਿਹੜੀਆਂ ਨੇ are equal, ਯਾਨੀ ਕਿ opposite side ਜਿਹੜੀਆਂ ਨੇ ਉਹ equal ਹੁੰਦੀਆਂ ਨੇ। ਇਹਦਾ ਮਤਲਬ ਕੀ ਹੈ? opposite side ਦਾ ਮਤਲਬ ਹੁੰਦਾ ਹੈ ਸਨਮੁਖ ਭੁਜਾਵਾਂ। side ਦਾ ਮਤਲਬ ਭੁਜਾਵਾਂ। ਠੀਕ ਹੈ, ਤਾਂ ਇਹਦੇ ਵਿੱਚ ਅਸੀਂ ਇਹ ਕਹਾਂਗੇ ਕਿ ਸਮਾਂਤਰ ਚਤੁਰਭੁਜ ਵਿੱਚ, ਸਮਾਂਤਰ ਚਤੁਰਭੁਜ, ਇਹ ਤੁਹਾਨੂੰ ਪ੍ਰੈਕਟੀਕਲ ਵੀ ਹੈ ਇਹਦੇ ਨਾਲ ਦਾ। ਤੋ ਸਮਾਂਤਰ ਚਤੁਰਭੁਜ ਵਿੱਚ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਸਮਾਂਤਰ ਭੁਜਾਵਾਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਠੀਕ ਹੈ, ਤੋ ਇਹਨੂੰ ਅਸੀਂ ਹੁਣ ਪ੍ਰੂਫ ਕਿੱਦਾਂ ਕਰਨਾ? ਪ੍ਰੂਫ ਦਾ ਮਤਲਬ ਹੁੰਦਾ ਇਹਦਾ ਸਬੂਤ ਕੀ ਹੈ, ਕਿੱਦਾਂ ਅਸੀਂ ਇਹਨੂੰ ਜਿਹੜਾ ਸਿੱਧ ਕਰਾਂਗੇ। ਠੀਕ ਹੈ, ਤੋ ਇਹਦੇ ਲਈ ਕੀ ਹੈ, ਅਸੀਂ ਇੱਕ ਇੱਥੇ ਪੈਰਲੋਗ੍ਰਾਮ ਲੈ ਲੈਂਦੇ ਹਾਂ ਜੀ। ਸਾਡੇ ਕੋਲ ਇਹ ਪੈਰਲੋਗ੍ਰਾਮ ਹੈ ABCD। ਠੀਕ ਹੈ, ਇਹਨੂੰ ਅਸੀਂ A ਪੁਆਇੰਟ ਦੇ ਦਿੰਦੇ, ਇਹਨੂੰ B ਪੁਆਇੰਟ, ਆ C ਪੁਆਇੰਟ ਹੋ ਗਿਆ, ਇਹ D ਪੁਆਇੰਟ ਹੋ ਗਿਆ। ਚਾਰ ਇਹਦੇ ਬਿੰਦੂਆਂ ਨੂੰ ਅਸੀਂ ਮਿਲਾ ਦਿੱਤਾ ਤੇ ਸਾਡੇ ਕੋਲ ਇੱਕ ਸਮਾਂਤਰ ਚਤੁਰਭੁਜ ਜਿਹੜੀ ਹੈ ਤਿਆਰ ਹੋ ਗਈ। ਠੀਕ ਹੈ, ਤੋ ਇਸ ਸਮਾਂਤਰ ਚਤੁਰਭੁਜ ਦੇ ਵਿੱਚ ਤੁਸੀਂ A ਤੇ C ਜਿਹੜਾ ਹੈ ਇਹਨੂੰ ਵਿਕਰਨ ਲੈ ਲੈਣਾ। ਇਹ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੈ, ਤੁਸੀਂ ਐਜ਼ ਇਟ ਇਜ਼ पेज नंबर मैं ਤੁਹਾਨੂੰ ਦੱਸ ਦਿੰਦਾ, न्यू बुक अगर है तो 44 पेज नंबर ਤੇ ਹੈ। ਠੀਕ ਹੈ, तो इस A ਤੇ C ਨੂੰ ਅਸੀਂ ਮਿਲਾ ਦਿੱਤਾ, ਇਹਨੂੰ ਅਸੀਂ ਕੀ ਨਾਮ ਦਿੱਤਾ ਇਹਦਾ? ਵਿਕਰਨ ਦਾ। ਠੀਕ ਹੈ, ਵਿਕਰਨ। ਤੇ AC ਇੱਥੇ ਕੀ ਹੈ? AC ਮਤਲਬ ਵਿਕਰਨ, ਯਾਨੀ ਕਿ AC ਇਹਦੇ ਵਿੱਚ ਕੀ ਹੈ? ਡਾਇਗੋਨਲ। AC ਨੂੰ ਅਸੀਂ ਡਾਇਗੋਨਲ ਕਹਿੰਦੇ ਹਾਂ। ਡਾਇਗੋਨਲ ਯਾਦ ਰੱਖਣਾ ਹੈ, ਡਾਇਗੋਨਲ ਆਪੋਜ਼ਿਟ ਜਿਹੜੇ ਸਿਖਰ ਹੁੰਦੇ ਨੇ, ਆਪੋਜ਼ਿਟ ਵਰਟੈਕਸ ਹੁੰਦੇ ਨੇ, ਉਹਨਾਂ ਨੂੰ ਮਿਲਾ ਦਈਦਾ ਤੇ ਤੁਹਾਨੂੰ ਫਿਰ ਕੀ ਹੈ? ਡਾਇਗੋਨਲ ਮਿਲਦਾ ਕਿਸੇ ਵੀ ਸਮਾਂਤਰ, ਕਿਸੇ ਵੀ ਚਤੁਰਭੁਜ ਜਾਂ ਕਿਸੇ ਵੀ ਪੋਲੀਗਨ ਦੇ ਵਿੱਚ। ਓਕੇ, ਹੁਣ ਇਹਦੇ ਵਿੱਚ ਤੁਹਾਨੂੰ ਦੋ ਟ੍ਰਾਇੰਗਲ ਪ੍ਰਾਪਤ ਹੋਈਆਂ ਜੀ। ਕਿਹੜੀ ਕਿਹੜੀ? ਦੇਖੋ ਟ੍ਰਾਇੰਗਲ ਕਿਹੜੀਆਂ ਕਿਹੜੀਆਂ ਬਣ ਗਈਆਂ? ADC ਤੇ ਦੂਸਰੀ ਕਿਹੜੀ ਬਣੀ? ABC। ਠੀਕ ਹੈ, ADC ਤੇ ABC। ਓਕੇ, ਤੇ ਵਿਦਿਆਰਥੀਓ ਹੁਣ ਦੇਖੋ ਤੁਸੀਂ 7ਵੀਂ ਕਲਾਸ 'ਚ ਪੜ੍ਹਿਆ ਸੀ ਕਿ ਜੋ ਸਮਾਂਤਰ ਭੁਜਾਵਾਂ ਦੇ ਵਿੱਚੋਂ ਇੱਕ ਭੁਜਾ ਕੱਟਦੀ ਹੈ, ਜਿਵੇਂ ਇਹਦੇ ਵਿੱਚ ਵੀ ਇਹ ਕੱਟ ਰਹੀ ਹੈ, ਜਦੋਂ ਇਹ ਕੱਟਦੀ ਹੈ ਤਾਂ ਇਹਦੇ ਵਿੱਚ ਜਿਹੜੇ ਆਹ ਵਾਲਾ ਐਂਗਲ ਜਿਹੜਾ ਮੈਂ ਥੱਲੇ ਇੱਥੇ ਯੈਲੋ ਕਲਰ ਨਾਲ ਕੀਤਾ, ਤੇ ਇਹ ਵਾਲਾ ਐਂਗਲ ਇਹਦੇ ਬਰਾਬਰ ਹੋਊਗਾ, ਜਿਹਨੂੰ ਅਸੀਂ ਕਹਿੰਦੇ ਆ ਇਕਾਂਤਰ ਕੋਣ, ਅੰਦਰੂਨੀ ਇਕਾਂਤਰ ਕੋਣ, ਯਾਨੀ ਕਿ ਇੰਟੀਰੀਅਰ ਅਲਟਰਨੇਟ ਐਂਗਲਸ। ਠੀਕ ਹੈ, ਸਿਮਿਲਰਲੀ ਆਹ ਵਾਲਾ ਐਂਗਲ ਇਹਦੇ ਬਰਾਬਰ ਹੋਏਗਾ। ਕਿੱਦਾਂ? ਮੈਂ ਇੱਥੇ ਬਣਾ ਦਿੰਦਾ, ਇਹਨੂੰ ਮੰਨ ਲਓ ਅਸੀਂ ਆਹ ਵਾਲਾ ਐਂਗਲ ਹੈ ਤੇ ਇੱਧਰ ਇਹ ਵਾਲਾ ਐਂਗਲ ਹੈ। ਠੀਕ ਹੈ, ਸਿਮਿਲਰਲੀ ਇੱਕ ਸੈਕਿੰਡ ਅਸੀਂ ਇਦਾਂ ਕਰਦੇ ਹਾਂ, ਇਹ ਵਾਲਾ ਦੋਨਾਂ ਨੂੰ ਕਲਰ ਯੈਲੋ ਦੇ ਦਿੰਦੇ ਆ ਤੇ ਹੋਰ ਕਿੱਦਾਂ ਕਰਦੇ, ਇਹਨੂੰ ਵਾਈਟ ਕਲਰ ਦੇ ਦਿੰਦੇ। ਆਹ ਵਾਲਾ ਐਂਗਲ ਇਸ ਐਂਗਲ ਦੇ ਬਰਾਬਰ ਹੈ। ਠੀਕ ਹੈ, ਤਾਂ ਇਹਨੂੰ ਐਂਗਲ 1 ਮੰਨ ਲਓ। ਠੀਕ ਹੈ, ਇਹ 2 ਹੋ ਗਿਆ। ਓਕੇ ਜੀ, ਤੇ ਇੱਧਰ ਐਂਗਲ ਜਿਹੜਾ ਹੈ ਇਹਨੂੰ 3 ਮੰਨ ਲਓ, ਇਹਨੂੰ 4 ਮੰਨ ਲਓ। ਤਾਂ ਇਹਦੇ ਵਿੱਚ ਐਂਗਲ 1 ਜਿਹੜਾ ਹੈ ਐਂਗਲ 3 ਦੇ ਬਰਾਬਰ ਹੋ ਗਿਆ ਤੇ ਐਂਗਲ 2 ਜਿਹੜਾ ਹੈ ਐਂਗਲ 4 ਦੇ ਬਰਾਬਰ ਹੋ ਗਿਆ ਜੀ। ਠੀਕ ਹੈ, ਜਿਨ੍ਹਾਂ ਨੂੰ ਅਸੀਂ ਕੀ ਕਵਾਂਗੇ? ਇਹ ਹੋ ਗਿਆ ਬੱਚੋ ਇੰਟਰਨਲ ਐਂਗਲਸ। ਇੰਟੀਰੀਅਰ ਯਾਨੀ ਕਿ ਇੰਟੀਰੀਅਰ ਹੁੰਦਾ ਵੈਸੇ। ਠੀਕ ਹੈ, ਇੰਟੀਰੀਅਰ ਅਲਟਰਨੇਟ ਐਂਗਲਸ, ਇੰਟੀਰੀਅਰ ਅਲਟਰਨੇਟ ਐਂਗਲਸ। ਤੇ ਇਹਦੇ ਵਿੱਚ ਬੱਚੋ AC ਭੁਜਾ ਜਿਹੜੀ ਹੈ ਉਹ ਸਾਂਝੀ ਹੈ, ਯਾਨੀ ਕਿ ਕਾਮਨ ਸਾਈਡ ਹੈ। ਪੰਜਾਬੀ ਚ ਇਹਨੂੰ ਲਿਖੋਗੇ ਸਾਂਝੀ। ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੈ ਪੇਜ ਨੰਬਰ 44 ਦੇ ਉੱਪਰ। ਓਕੇ, ਤਾਂ ਫਿਰ ਉਸ ਤੋਂ ਬਾਅਦ ਇਹਦਾ ਮਤਲਬ ਇਹ ਹੋਇਆ ਕਿ ਇਹ ਦੋਨੋਂ ਟ੍ਰਾਇੰਗਲਸ ABC ਜਿਹੜੀ ਹੈ ਉਹ ਟ੍ਰਾਇੰਗਲ ADC ਦੇ ਕੀ ਹੋ ਗਈ? ADC ਜਾਂ CDA, ਪੂਰਾ ਲਿਖਣ ਦਾ ਤਰੀਕਾ ਇਹ ਹੈਗਾ CDA।
क्योंकि ए दे कोरस्पोंडिंग सी पॉइंट आ रहा, ठीक है, ते बी दे कोरस्पोंडिंग डी पॉइंट है। ओके, तो सी डी ए की हो गया ये बच्चों दोनों आपस दे विच कॉन्ग्रेंट हो गए, सरबंग सम हो गए। रूल केड़ा लगा, SAS कॉन्ग्रेंसी रूल यानी कि सरबंग समता रूल, ठीक है। तो बच्चों एक तुहानू थ्योरी सीगी 7वीं क्लास च बाय CPCT, ਇਹਦਾ मतलब की हुंदा है corresponding parts of congruent triangles are equal, corresponding parts of congruent triangles are equal है ते विद्यार्थियों ਇਹਦਾ मतलब है ਇਹਦੇ corresponding part ਕਿਹੜੇ ਹੋਏ, ਆਹ वाली साइड ਜਿਹੜੀ है ये CD ਦੇ बराबर होएगी और ये वाली साइड ਜਿਹੜੀ है ये AD ਦੇ बराबर होएगी। तो CD ਦੇ बराबर AB हो गया, ठीक है, AB बराबर इज AB इक्वल टू CD, सिमिलरली AD इज इक्वल टू BC। तो ये हैगियां corresponding sides, तो मतलब सन्मुख भुजावां की हुंदियां हन, बराबर हुंदियां हन। इवें असीं इहनूं प्रूफ कर दिता है। ओके, तो ये पहली प्रॉपर्टी है, बड़ी इंपॉर्टेंट है, इहनूं हुण तुसीं याद रखना है। इहदे बेसिस ते मैं एक छोटा जिहा तुहानूं एक सवाल दस दिना इत्थे फटाफट, ठीक है। पहला सवाल जिद्दां कि मान लो आ जिहड़ी 2x है, आ वाली वैल्यू इत्थे तुहानूं एक समांतर चतुर्भुज दित्ती है ते ये 2x दित्ता है, 12 दित्ता होया, ये 3y दित्ता ते इत्थे 9 दित्ता। तुहानूं सम आना कि इस y ते x दा मुੱਲ कड्ढो जी। तो किद्दां कड्ढोगे, ये वाला 2x जिहड़ा है 12 दे बराबर आऊगा, 2x इज इक्वल टू 12 हो जाना, ठीक है, 3y इक्वल टू 9 हो जाना। तो x की वैल्यू 12/2 कितनी होगी 6, y की मूल्य वैल्यू कितनी होगी 3/9/3 बराबर 3, ठीक है। तो x का मुल 6 आ गया, ਇਹਦਾ ਮੁੱਲ 3 आ गया। तो इस तरह ਵਿੱਚੋਂ ਤੁਹਾਨੂੰ एग्जाम्पल नंबर 3.1 है, ये ਤੁਸੀਂ ਨਾਲ ਜ਼ਰੂਰ ਕਰਨੀ ਹੈ ਇਹਦੇ बेसिस ਤੇ, ठीक है। अगला ਹੁਣ ਅਸੀਂ प्रॉपर्टी ਕਰਨ जा रहे ਹਾਂ ਸੈਕਿੰਡ प्रॉपर्टी नंबर 2 की है, ये है बच्चों समांतर चतुर्भुज ਦੇ सन्मुख कोण बराबर ਹੁੰਦੇ ਹਨ, ठीक है। समांतर चतुर्भुज ਦੇ सन्मुख, ठीक है, सन्मुख कोण बराबर ਹੁੰਦੇ ਹਨ, ठीक है। सन्मुख कोण ਹੁਣ ਕਿਹੜੇ ਹੋਏ, ਇਹਦਾ मतलब सन्मुख ਦਾ मतलब opposite, ठीक है। तो in a parallelogram, again ਇੱਥੇ parallelogram ਲਿਖ ਲੈਣਾ ਤੁਸੀਂ, in parallelogram opposite angles are equal, opposite angles are equal, okay जी। तो opposite angles are equal, how we can prove it, ਇਹਨੂੰ ਪ੍ਰੂਫ ਕਰਨ ਲਈ ਅਸੀਂ ਕੀ ਕਰਾਂਗੇ, ਡੀਅਰ ਸਟੂਡੈਂਟਸ ਇਹਦੇ ਵਿੱਚ ਅਸੀਂ ਇੱਕ ਕੁਆਡਰੀਲੇਟਰਲ इस तरह ड्रॉ करांगे जो कि पैरेललोग्राम होएगी, ठीक है। तो पैरेललोग्राम दे विच ए साइड मान लो, इनू बी साइड मान लो, इनू सी मान लो, इनू डी मान लो, ओके। तो ਇਹਦੇ ਵਿੱਚ भी अगेन ਅਸੀਂ ਕੀ ਕਰਾਂਗੇ, डायगोनल AC ਨੂੰ ज्वाइन कर दांगे। ਆਹ वाला कोण अगेन 1 हो गया, इनू बच्चों 2 एंगल ले लो, ठीक है। सिमिलरली ये वाला 4 एंगल है, ये वाला 3 एंगल है, ओके। तो इस विच सानू दो ट्रायंगल मिल गई ABC ते ADC, ठीक है, जिहदे विच क्लीयर है कि सैकेंड एंगल जिहड़ा है 4 दे बराबर है और 1 एंगल जिहड़ा है वो 3 दे बराबर है। किहड़े एंगल बने, एंगल 1 3 इंटीरियर अल्टरनेट एंगल, 2 ते 4 ये भी इंटीरियर अल्टरनेट एंगल, ठीक है। सिमिलरली इहदे विच AC जिहड़ा है वो साझा है, पेज नंबर 45 ते विचों तुहाडी बुक दे विच है, ठीक है। AC इक्वल टू BC कॉमन साइड आ गई, दोनों ट्रायंगल की हो गई कॉन्ग्रुएंट, ठीक है। अगेन जिदा पिछे किया सेम ही तरीका है, सेम ही, कोई ये फर्क नहीं है। SAS जी है कॉन्ग्रुएंसी थ्योरम लग गई है। तो कॉरस्पॉन्डिंग पार्ट्स जिहड़े ने इत्थे भी ये लिखूंगे बाय CPCT, कॉरस्पॉन्डिंग पार्ट्स यानी कि एंगल्स जिहड़े ने B एंगल जिहड़ा है वो D एंगल के बराबर होएगा। सिमिलरली बच्चों एंगल A जिहड़ा है, एंगल A किहदे बराबर होएगा, एंगल C दे, ठीक है। तो तुहाडी बुक दे विच एक्सरसाइज दे विच दित्ती, एक्सरसाइज तो पहला 45 पेज नंबर ते सैकेंड जिहड़ी एक प्रॉपर्टी है वो तुसीं हुण कर लई है, जिस विच तुसीं ये जाणिया कि समांतर चतुर्भुज दे सन्मुख कोण की हुंदे हन, बराबर हुंदे हन। इहदा मतलब आ वाला पूरा एंगल, ठीक है, ये पूरा एंगल इस C दे बराबर हो गया और आ D एंगल जिहड़ा है वो B एंगल के बराबर हो गया। सन्मुख का मतलब ऑपोजिट, ठीक है, ऑपोजिट एंगल हमेशा की हुंदे हन, बराबर हुंदे हन, ये याद रखना है प्लीज, ठीक है। ये सैकेंड प्रॉपर्टी है साडी। इस तो बाद अगली प्रॉपर्टी साडी होएगी बच्चों थर्ड प्रॉपर्टी असीं जाणांगे कि किसी भी चतुर्भुज विच लागमे कोणां दा जोड़ किहड़ा है वो 180 के बराबर हुंदा है। लागमे कोण किहड़े होए हुण, लागमे कोण असीं एक फिगर बनाने,
आ ए पॉइंट हो गया, ए बी पॉइंट हो गया, सी पॉइंट हो गया, डी पॉइंट हो गया। ए वाला कोण आ वाला कोण ये दोनों ਲਾਗਵੇਂ ਕੋਣ ਹਨ। ਕੀ ਹਨ? ਲਾਗਵੇਂ ਕੋਣ ਹਨ ਵਿਦਿਆਰਥੀਓ। ਠੀਕ ਹੈ, ਇਹਨਾਂ ਨੂੰ ਅਸੀਂ ਕੀ ਹੈ ਲਾਗਵੇਂ ਕੋਣ ਆਖਾਂਗੇ। ਤੇ ਇਦਾਂ ਹੀ B ਤੇ C ਜਿਹੜਾ ਹੈ ਇਹ ਵੀ ਲਾਗਮਾ ਕੋਣ ਹੋਊਗਾ। C ਤੇ D ਜਿਹੜੇ ਨੇ ਇਹ ਲਾਗਵੇਂ ਕੋਣ ਹੋਣਗੇ। D ਤੇ ਇਹ ਵੀ ਲਾਗਵੇਂ ਕੋਣ ਹੋਣਗੇ। ਲਾਗਵੇਂ ਦਾ ਮਤਲਬ ਹੈ, ਲਾਗਵੇਂ ਨੂੰ ਇੰਗਲਿਸ਼ ਚ ਕਹਿੰਦੇ ਨੇ adjacent। ਠੀਕ ਹੈ, ਕੀ ਕਹਿੰਦੇ ਆ adjacent angles, sum of two adjacent angles, sum of two adjacent angles is equal to 180 डिग्री। ठीक है, ये साड़ी थ्योरम है, यानी कि कोई दो ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਹੁੰਦਾ ਹੈ। ਇਹ ਅਸੀਂ ਪ੍ਰੂਫ ਕਰਨ ਜਾ ਰਹੇ ਹਾਂ। ਠੀਕ ਹੈ, ਤੋ ਇਸ ਵਿੱਚ ਵਿਦਿਆਰਥੀਓ B C ਦੇ D ਦੇ B ਜਿਹੜਾ AB ਜਿਹੜਾ ਹੈ ਉਹ CD ਦੇ ਪੈਰਲਲ ਹੈ, ਸਮਾਂਤਰ ਚਤੁਰਭੁਜ ਹੈ। ਤੇ AD ਜਿਹੜੀ ਹੈ ਉਹ ਇਹਦੇ ਵਿੱਚ ਕੀ ਹੈ, ਇੱਕ ਤਿਰਛੀ ਰੇਖਾ ਹੈ, ਤਿਰਛੀ, ਜੋ ਕਿ ਇਹਨਾਂ ਨੂੰ A ਔਰ D ਪੁਆਇੰਟ ਦੇ ਉੱਪਰ ਕੱਟ ਰਹੀ ਹੈ। ਠੀਕ ਹੈ, ਤੇ ਤੁਹਾਨੂੰ ਪਤਾ ਹੈ ਕਿ ਜਦੋਂ ਦੋ ਲਾਈਨਾਂ ਸਮਾਂਤਰ ਹੋਣ ਤੇ ਉਹਦੇ ਵਿੱਚੋਂ ਤੀਸਰੀ ਜਿਹੜੀ ਤੀਸਰੀ ਰੇਖਾ ਇਹਦਾ ਤਿਰਛੀ ਰੇਖਾ ਕੱਟਦੀ ਹੋਵੇ ਤਾਂ ਫਿਰ ਅੰਦਰਲੇ ਆਹ ਵਾਲੇ ਕੋਣ ਜਿਹੜੇ ਨੇ, ਠੀਕ ਹੈ, ਤੋ ਸਮਾਂਤਰ ਰੇਖਾਵਾਂ ਵਿੱਚ ਤਿਰਛੀ ਰੇਖਾ ਦੇ ਇੱਕ ਪਾਸੇ ਜਿਹੜੇ ਕੋਣ ਬਣਦੇ ਹਨ ਉਹ ਕੀ ਹੁੰਦੇ ਹਨ, ਉਹਨਾਂ ਦਾ ਜੋੜ ਜਿਹੜਾ 180 ਡਿਗਰੀ ਹੁੰਦਾ ਹੈ। ਤੋ ਇੱਥੇ ਫਿਰ A ਤੇ D ਜਿਹੜੇ ਨੇ ਉਹ ਕੀ ਬਣ ਗਏ ਵਿਦਿਆਰਥੀ, ਉਹਨਾਂ ਦਾ ਕੋਣ ਦਾ ਜੋੜ ਜਿਹੜਾ ਹੈ ਉਹ 180 ਦੇ ਬਰਾਬਰ ਹੈ। ਇਹਦਾ ਮਤਲਬ ਸਿਮਿਲਰਲੀ ਤੁਸੀਂ ਪ੍ਰੂਫ ਕਰ ਸਕਦੇ ਹੋ ਕਿ AD ਜਿਹੜਾ ਹੈ ਉਹ BC ਦੇ ਪੈਰਲਲ ਹੈ। ਠੀਕ ਹੈ, AD BC ਦੇ ਪੈਰਲਲ ਹੈ ਤੇ BC ਜਿਹੜੀ ਹੈ ਉਹ ਇਹਦੇ ਵਿੱਚ ਇੱਕ ਤਿਰਛੀ ਯਾਨੀ ਕਿ ਟੇਢੀ ਰੇਖਾ ਹੈ। ਠੀਕ ਹੈ, ਕੀ ਹੈ, ਟੇਢੀ ਰੇਖਾ ਹੈ, ਟਰਾਂਸਵਰਸਲ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ, ਟਰਾਂਸਵਰਸਲ ਲਾਈਨ ਹੈ। ਠੀਕ ਹੈ, ਟਰਾਂਸਵਰਸਲ ਬਿਟਵੀਨ ਪੈਰਲਲ ਲਾਈਨਸ ਕਿਹੜੀਆਂ ਕਿਹੜੀਆਂ ਗਈਆਂ ਸੀ, AD ਤੇ BC। ਠੀਕ ਹੈ, AD ਤੇ BC, तो BC ट्रांसवर्सल हो गया, तिरछी रेखा हो गई, इस करके बच्चों एंगल B जमा C ਜਿਹੜਾ ਹੈ ਇਹਨਾਂ ਦਾ ਸਮ ਜਿਹੜਾ ਹੈ 180 ਦੇ ਬਰਾਬਰ ਹੋਏਗਾ। तो मतलब ਕਹਿਣ ਦਾ ਮਤਲਬ ਇਹ ਹੈ ਕਿ adjacent angles ਦਾ ਸਮ ਹਮੇਸ਼ਾ 180 ਡਿਗਰੀ ਹੁੰਦਾ ਹੈ। ਤੇ ਮਤਲਬ ਇਹਨੂੰ 1 ਮੰਨ ਲਓ, ਇਹਨੂੰ 2, ਇਹਨੂੰ 3, ਇਹਨੂੰ 4, ਤੇ 1 + 4 ਇਹ ਵੀ 180, 1 + 2 ਇਹ ਵੀ 180, 2 + 3 ਐਂਗਲ ਇਹ ਵੀ 180 डिग्री, 3 एंगल + 4 एंगल ਇਹ ਵੀ 180 डिग्री। ਇਹ ਸਾਰੇ ਕਿਹਦੇ ਬਰਾਬਰ ਹੈ 180 डिग्री ਦੇ ਬਰਾਬਰ ਹੋਣਗੇ। ਇਹ ਤੁਹਾਡੀ ਤੀਸਰੀ ਥਿਊਰਮ ਆ ਗਈ, ਵੈਰੀ ਇੰਪੋਰਟੈਂਟ। ਇਹਦੇ ਬੇਸਿਸ ਤੇ ਵੀ ਤੁਹਾਨੂੰ ਪੇਪਰ 'ਚ ਸਮ ਆ ਜਾਂਦੇ ਨੇ। ਜਿੱਦਾਂ ਮੈਂ ਤੁਹਾਨੂੰ ਇੱਥੇ ਇੱਕ ਇੱਥੇ ਮੈਂ ਆਇਤ ਬਣਾ ਦਿੱਤੀ, ਆਇਤ ਦੇ ਵਿੱਚ ਆਹ ਵਾਲਾ ਕੋਣ x ਹੈ, ਆ ਵੀ x ਹੈ। ਦੱਸੋ ਜੀ x ਦਾ ਮੁੱਲ ਕਿੰਨਾ ਹੋਏਗਾ। ਤੋ ਆਇਤ ਦੇ ਵਿੱਚ ਜਿਹੜੇ ਨੇ ਇਹ ਕੋਣ ਸਨਮੁਖ ਕੋਣ ਹੋ ਗਏ x ਤੇ x, ਇਹਨਾਂ ਦੋਨਾਂ ਨੂੰ ਅਸੀਂ ਕੀ ਕਰਤਾ ਜੋੜ ਦਿੱਤਾ। ਤੇ ਜੋੜ ਕੇ ਕਿਹਦੇ ਬਰਾਬਰ ਅਲਾਈਡ ਐਂਗਲ ਯਾਨੀ ਕਿ ਦੋਨਾਂ ਦਾ ਸਮ ਐਡਜੈਸੈਂਟ ਐਂਗਲ ਦਾ ਸਮ ਜਿਹੜਾ ਹੈ 180 ਡਿਗਰੀ ਹੁੰਦਾ। 2x = 180, x ਦਾ ਮੁੱਲ ਕਿੰਨਾ ਆ ਗਿਆ 180 / 2 = 90। ਤੋ ਇਹਦੇ ਵਿੱਚ ਇਹ ਆਨਸਰ ਜਿਹੜਾ ਹੈ ਉਹ 90 ਡਿਗਰੀ ਹੋਵੇਗਾ। ਓਕੇ, ਇਸ ਤਰ੍ਹਾਂ ਅਸੀਂ ਇਹ ਸਮ ਜਿਹੜੇ ਆ ਉਹ ਕਰਨੇ ਹਨ। ਤੁਹਾਨੂੰ ਪੇਪਰ ਦੇ ਵਿੱਚ ਇਦਾਂ ਦੇ ਕੁਐਸਚਨ ਹੋਣੇ ਨੇ। ਇਹਦੇ ਰਿਲੇਟਡ ਐਗਜ਼ਾਮਪਲ ਨੰਬਰ 2.3 3.3 3.3 ਵਿੱਚ ਇਹ ਦੱਸਿਆ ਹੈ ਕਿ ਲਾਗਵੇਂ ਕੋਣ ਜਿਹੜੇ ਨੇ ਉਹ 2:3 ਦੇ ਵਿੱਚ ਹਨ। ਠੀਕ ਹੈ, ਕਿ ਲਾਗਵੇਂ ਕੋਣ ਯਾਨੀ ਕਿ ਐਡਜੈਸੈਂਟ ਐਂਗਲ ਦੀ ਰੇਸ਼ੋ ਜਿਹੜੀ ਹੈ ਉਹ 2 ਕਿੰਨੀ ਹੈ 3 ਹੈ। ਯਾਨੀ ਕਿ ਇਹਨੂੰ 2x ਮੰਨ ਲਿਆ, ਫਿਰ ਇਹ 3x ਹੋ ਗਿਆ। तो 2x + 3x ਕਿੰਨਾ ਆ ਗਿਆ 180। ਇੱਥੋਂ 5x = 180 ਯਾਨੀ ਕਿ x ਦੀ ਵੈਲਿਊ ਆਏਗੀ 180 / 5 = ਕਿੰਨਾ ਆ ਜਾਏਗਾ 36। 36 ਜਿਹੜੀ x ਦੀ ਵੈਲਿਊ ਆਈ, तो ਇਹਦਾ मतलब 2 × 36 72 डिग्री और 3x यानी कि 3 × 36 108 डिग्री ਜਿਹੜਾ ਇਹਦਾ ਆਨਸਰ ਹੋਏਗਾ। ਤੁਹਾਡੀ ਬੁੱਕ ਦੇ ਵਿੱਚ ਹੈ ਪੇਜ ਨੰਬਰ ਰਿਪੀਟਡਲੀ ਆਈ ਐਮ ਸੇਇੰਗ 46 पेज नंबर है। ठीक है, पेज नंबर 46 एग्जाम्पल नंबर 3.2 एंड 3.3 इदां ही 3.4 ये भी तुसी बच्चों रिवाइज करनी है, 3.5 भी तुसी रिवाइज करनी है। ते लास्ट साडा हुण गुण हैगा चौथा, ये है कि समांतर चतुर्भुज दे विकर्ण एक दूजे नूं समदुभाजित करते हैं। मतलब कि कोई तुहाडे कोल समांतर चतुर्भुज है, समांतर चतुर्भुज मतलब पैरेललोग्राम, ਉਹਦੇ डायगोनल्स, ठीक है, डायगोनल मतलब विकर्ण एक दूसरे ਨੂੰ ਸਮਦੁਭਾਜਿਤ यानी कि बाइसेक्ट करते हैं, बाइसेक्ट ईच अदर, एक दूसरे ਨੂੰ ਕੀ ਕਰਦੇ ਹਨ बाइसेक्ट। ਇਹ ਅਸੀਂ ਪ੍ਰੂਫ ਕਰਨ ਜਾ ਰਹੇ ਹਾਂ। तो इसलिए बच्चों ਤੁਸੀਂ ਇੱਕ पैरेललोग्राम ड्रॉ करोगे
ये पेज नंबर 47, ठीक है, पेज नंबर 47 ਤੇ ਹੈ। ਓਕੇ, तो समांतर चतुर्भुज है जिस ਦੇ ਵਿੱਚੋਂ ਵਿਕਰਨ ਪਹਿਲਾਂ ਤੇ समांतर चतुर्भुज ਕਿਹੜੀ ਖਿੱਚੀ ਆਪਾਂ ABCD, A ਨੂੰ C ਨਾਲ ਮਿਲਾ ਦੇਣਾ, B ਨੂੰ D ਨਾਲ ਮਿਲਾ ਦੇਣਾ। ਓਕੇ, ਜਦੋਂ ਆਪਾਂ ਇਹਨਾਂ ਨੂੰ ਮਿਲਾ ਦਿੱਤਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ O ਬਿੰਦੂ ਤੇ ਵਿੱਚੋਂ ਕੱਟ ਰਹੇ ਨੇ, ਜਿਹਦੇ ਵਿੱਚ ਐਂਗਲ AOB ਇਹ ਵਾਲਾ ਬਣ ਗਿਆ ਐਂਗਲ AOB, ਠੀਕ ਹੈ, ਤੇ ਨਾਲ COD ਐਂਗਲ COD, ਠੀਕ ਹੈ। ਤੇ ਵਿਦਿਆਰਥੀਓ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ AB ਸਾਈਡ ਇਹ ਅਸੀਂ ਪ੍ਰੂਫ ਕਰ ਦਿੱਤਾ ਹੈ ਕਿ AB ਸਾਈਡ ਜਿਹੜੀ ਆ CD ਸਾਈਡ ਦੇ ਕੀ ਹੋਊਗੀ, ਬਰਾਬਰ ਹੋਊਗੀ, ਕਿਉਂਕਿ ਸਨਮੁਖ ਭੁਜਾਵਾਂ ਆਮੋ ਸਾਹਮਣੇ ਦੀਆਂ ਭੁਜਾਵਾਂ ਜਨਰਲੀ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਤਾਂ AB ਜਿਹੜਾ ਹੈ ਉਹ CD ਦੇ ਬਰਾਬਰ ਹੋਏਗਾ, ਠੀਕ ਹੈ, ਸਨਮੁਖ ਭੁਜਾਵਾਂ ਮਤਲਬ AB ਜਿਹੜਾ ਹੈ CD ਦੇ ਬਰਾਬਰ ਹੋਏਗਾ, BC AD ਦੇ ਬਰਾਬਰ ਹੋਏਗਾ। ਓਕੇ, ਤੇ ਸਿਮਿਲਰਲੀ ਇਹਦੇ ਵਿੱਚ ਐਂਗਲ AOD, ਠੀਕ ਹੈ, AOB ਸੌਰੀ OAB ਆਹ ਵਾਲਾ ਐਂਗਲ, ਠੀਕ ਹੈ, OAB ਤੇ ਇਹਦੇ ਵਿੱਚੋਂ OCD, ਠੀਕ ਹੈ, ਇਹ ਵਾਲਾ ਐਂਗਲ, ਯਾਨੀ ਕਿ ਇਹਨੂੰ 1 ਮੰਨ ਲਓ, ਇਹਨੂੰ 2 ਮੰਨ ਲਓ, ਸਿੱਧਾ ਲਿਖ ਸਕਦੇ ਹੋ ਤੁਸੀਂ OCD, ਮਤਲਬ ਇਹਨੂੰ ਇਦਾਂ ਲਿਖ ਲਓ ਐਂਗਲ 1 ਜਿਹੜਾ ਹੈ ਐਂਗਲ 2 ਦੇ ਬਰਾਬਰ ਹੈ। ਸਿਮਿਲਰਲੀ ਇਹਨੂੰ ਐਂਗਲ ਨੂੰ ਆਪਾਂ 3 ਮੰਨ ਲੈਂਦੇ ਹਾਂ ਔਰ ਐਂਗਲ ਆ 4 ਮੰਨ ਲੈਂਦੇ, ਠੀਕ ਹੈ। ਤਾਂ ਐਂਗਲ 3 ਜਿਹੜਾ ਹੈ ਐਂਗਲ 4 ਦੇ ਬਰਾਬਰ ਹੈ, ਠੀਕ ਹੈ। ਤਾਂ ਇਹਦਾ ਮਤਲਬ ਟ੍ਰਾਇੰਗਲ AOB ਉਹ COD ਦੇ ਕੀ ਹੋ ਗਈ, ਸਰਬੰਗ ਸਮ ਹੋ ਗਈ, ਜਿਹਦੇ ਵਿੱਚ OA ਜਿਹੜਾ ਹੈ OA ਉਹ OC ਦੇ ਬਰਾਬਰ ਹੋਊਗਾ, ਠੀਕ ਹੈ। ਸਿਮਿਲਰਲੀ OB ਜਿਹੜਾ ਹੈ ਉਹ OD ਦੇ ਬਰਾਬਰ ਹੋਏਗਾ, ਕਿਉਂ, ਬਾਏ CPCD, CPCD ਦਾ ਮਤਲਬ ਹੁੰਦਾ corresponding parts of congruent triangle, ਠੀਕ ਹੈ। ਤੋ ਅਗਰ ਇਹ ਇਕੁਅਲ ਆ ਇਹਨਾਂ ਦੋਨਾਂ ਨੂੰ ਹੁਣ ਭਾਵੇਂ ਤੁਸੀਂ ਜੋੜ ਵੀ ਸਕਦੇ ਹੋ, ਜਾਂ ਜੇ ਬਰਾਬਰ ਹੋ ਗਿਆ ਤਾਂ ਬਰਾਬਰ ਹੋਣ ਦਾ ਮਤਲਬ ਇਹ ਹੋ ਗਿਆ ਕਿ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਕੀਤਾ ਕੀ ਅਸੀਂ ਟ੍ਰਾਇੰਗਲ ਲਈ ਸੌਰੀ ਇੱਕ ਪੈਲੋਗ੍ਰਾਮ ਲਈ, ਪੈਲੋਗ੍ਰਾਮ 'ਚ ABCD ਉਹਦੇ ਵਿੱਚ A ਨੂੰ C ਨਾਲ ਮਿਲਾਤਾ, D ਨੂੰ B ਨਾਲ ਮਿਲਾਤਾ, ਜਿਹੜੀ ਕਿ O ਬਿੰਦੂ ਤੇ ਕੱਟ ਰਹੇ ਇਹਦੇ ਡਾਇਗਨਲ, ਤੇ ਇਹਦੇ ਵਿੱਚ ਆ 1 ਐਂਗਲ 2 ਐਂਗਲ ਦੇ ਬਰਾਬਰ ਹੈ। ਜੇਕਰ ਅਸੀਂ ਇਹ ਟ੍ਰਾਇੰਗਲ ਲੈਂਦੇ ਹਾਂ AOB ਤੇ ਇਦਾਂ ਹੀ COD, 1 ਐਂਗਲ 2 ਦੇ ਬਰਾਬਰ, 3 ਐਂਗਲ 4 ਦੇ ਬਰਾਬਰ, ਇਹ ਐਂਗਲ ਕਿਹੜੇ ਹੋਏ, ਇਹ ਹੋਏ ਅਲਟਰਨੇਟ ਐਂਗਲਸ, ਠੀਕ ਹੈ। ਸਿਮਿਲਰਲੀ ਇਹਦੇ ਵਿੱਚ ਆ ਵੀ ਆਪੋਜ਼ਿਟ ਐਂਗਲ ਆ, ਇਹ ਵੀ ਇਕੁਅਲ ਹੋ ਗਿਆ। ਐਂਡ ਥਰਡ ਕੇਸ ਇਜ਼ ਕਿ ਉਹ ਜਿਹੜੀ AB ਸਾਈਡ ਹੈ ਆਹ ਵਾਲੀ AB ਸਾਈਡ ਪੂਰੀ ਉਹ CD ਦੇ ਕੀ ਹੈਗੀ ਆ, AB ਸਾਈਡ ਪੂਰੀ ਇਹ ਵਾਲੀ AB ਸਾਈਡ, ਥਰਡ ਸਾਈਡ ਜਿਹੜੀ ਆ ਥਰਡ ਪੁਆਇੰਟ ਇਹਦੇ ਵਿੱਚ ਇਹ ਆ ਨਾ ਕਿ ਇਸ AB ਜਿਹੜਾ ਹੈ CD ਦੇ ਬਰਾਬਰ ਆ ਰਿਹਾ, AB CD ਦੇ ਬਰਾਬਰ ਹੈ, ਕਿਹੜੀ ਇਹ ਸਮਾਂਤਰ, ਕਿਉਂਕਿ ਚਤੁਰਭੁਜ ਹੋਣ ਕਰਕੇ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ, ਠੀਕ ਹੈ ਜੀ। ਤੋ corresponding parts of congruent triangle ਜਿਹੜੇ ਨੇ ਉਹ ਇਕੁਅਲ ਹੁੰਦੇ ਨੇ ਬਾਏ CPCD, OA ਜਿਹਦੇ ਇਕੁਅਲ ਆ ਗਿਆ OC ਦੇ, ਤੇ OD ਜਿਹੜਾ ਹੈ ਉਹ OB ਦੇ ਬਰਾਬਰ ਆ ਗਿਆ। ਇਹਦਾ ਮਤਲਬ ਇਹ ਦੋਨੋਂ ਇੱਕ ਦੂਸਰੇ ਨੂੰ ਕੀ ਕਰਦੇ ਹਨ, ਸਮਦੁਭਾਜਿਤ ਕਰਦੇ ਹਨ, ਯਾਨੀ ਕਿ ਬਾਈਸੈਕਟ ਕਰਦੇ ਹਨ। ਹੁਣ ਪੇਪਰ 'ਚ ਇਹਦੇ ਰਿਲੇਟਿਡ ਕੁਐਸਚਨ ਕਿੱਦਾਂ ਆ ਜਾਂਦਾ ਕਿ ਇਹਦੇ ਵਿੱਚ ਤੁਹਾਨੂੰ ਇਹਦਾ ਪੈਰਲੋਗ੍ਰਾਮ ਦਿੱਤੀ ਹੋਊਗੀ, ਉਹਦੇ 2 ਡਾਇਗਨਲ ਹੋਣਗੇ, ਇੱਕ ਇਹ ਡਾਇਗਨਲ ਹੋ ਗਿਆ, ਇੱਕ ਇਹ ਡਾਇਗਨਲ ਹੋ ਗਿਆ, ਠੀਕ ਹੈ। ਤੋ ਇਹਦੇ ਵਿੱਚ ਇਹਦੀ ਵੈਲਿਊ ਚਲੋ ਇੱਕ ਥੋੜੀ ਜਿਹੀ ਸਹੀ ਬਣਾ ਲੈਂਦੇ ਤਾਂ ਕਿ ਪੂਰੀ ਤਰ੍ਹਾਂ ਇਹ ਕੱਟ ਹੋ ਜਾਣ, ਠੀਕ ਹੈ। ਮੰਨ ਲਓ ਆਪਾਂ ਇੱਥੇ ਕੱਟ ਦਿੱਤਾ ਇਹਨੂੰ, ਤੋ ਇਹਦੇ ਵਿੱਚ 3x plus 2 ਇਹਦੀ ਵੈਲਿਊ ਦਿੱਤੀ ਹੈ, ਇਹਦੀ 17 ਦਿੱਤੀ ਹੈ, ਠੀਕ ਹੈ। ਇਹ 4y minus 1 ਹੈ ਔਰ ਇਹਦੀ ਵੈਲਿਊ 11 ਹੈ। ਤੋ 4y minus 1 equal to 11 ਆ ਗਿਆ ਜੀ, 3x plus 2 equal to 17 ਆ ਗਿਆ। ਤੋ ਇੱਥੋਂ ਤੁਸੀਂ ਕਿਉਂਕਿ ਇੱਕ ਦੂਸਰੇ ਨੂੰ ਵਿਕਰਨ ਜਿਹੜੇ ਨੇ ਸਮਦੁਭਾਜਿਤ ਕਰਦੇ ਹਨ, ਇਸ ਕਰਕੇ ਇਹ ਬਰਾਬਰ ਹੋ ਗਏ, ਬਰਾਬਰ ਹੋ ਗਏ ਤਾਂ ਇੱਥੋਂ y ਦਾ ਮੁੱਲ ਕੱਢ ਲਓ, ਇੱਥੋਂ x ਦਾ ਮੁੱਲ ਕੱਢ ਲਓ। ਇਹ ਕੁਐਸਚਨ ਪੇਜ ਨੰਬਰ 48 ਦੇ ਉੱਪਰ ਹੈ, ਠੀਕ ਹੈ। ਤਾਂ x ਦਾ ਮੁੱਲ ਤੇ y ਦਾ ਮੁੱਲ ਜਿਹੜਾ ਤੁਸੀਂ ਈਜ਼ੀਲੀ ਕੱਢ ਸਕਦੇ ਹੋ, ਠੀਕ ਹੈ ਜੀ। ਤੋ ਇਹ ਸੀ ਇੰਟਰੋਡਕਸ਼ਨ ਵਿੱਚੋਂ, ਤੇ ਐਕਸਰਸਾਈਜ਼ ਨੰਬਰ 3.1 ਹੁਣ ਅਸੀਂ ਅਗਲੀ ਵਾਰ ਕਰਾਂਗੇ। ਇੰਨੇ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਤੁਸੀਂ ਚੰਗੀ ਤਰ੍ਹਾਂ ਕਰ ਲੈਣੀਆਂ ਨੇ। ਪਹਿਲੀ ਪ੍ਰੋਪਰਟੀ ਪਹਿਲਾਂ ਅਸੀਂ ਪੜ੍ਹਿਆ, ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਿਆ, ਸਭ ਤੋਂ ਪਹਿਲਾਂ ਅਸੀਂ ਉੱਤਲ ਤੇ ਅਵਤਲ ਚਤੁਰਭੁਜ ਬਾਰੇ ਜਾਣਿਆ ਕਿ ਕਨਵੈਕਸ ਕੁਆਡਰੀਲੇਟਰਲ ਉਹ ਹੈ ਜਿਹਦੇ ਵਿੱਚ ਕੋਈ ਇੱਕ ਕੋਣ ਸਾਰੇ ਕੋਣ ਜਿਹੜੇ 180 ਡਿਗਰੀ ਤੋਂ ਘੱਟ ਹੋਣ, ਠੀਕ ਹੈ, ਵੱਧ ਨਾ ਹੋਵੇ ਕੋਈ ਵੀ। ਜੇਕਰ 180 ਡਿਗਰੀ ਤੋਂ ਕੋਈ ਇੱਕ ਕੋਣ 180 ਡਿਗਰੀ ਤੋਂ ਵੱਧ ਹੁੰਦਾ ਹੈ ਉਹਨੂੰ ਅਸੀਂ ਅਵਤਲ ਚਤੁਰਭੁਜ ਯਾਨੀ ਕਿ ਕਨਕੇਵ ਕੁਆਡਰੀਲੇਟਰਲ ਆਖਦੇ ਹਾਂ। ਉਸ ਤੋਂ ਬਾਅਦ ਅਸੀਂ ਟਾਈਪਸ ਆਫ ਕੁਆਡਰੀਲੇਟਰਲ, ਸਕੁਏਅਰ, ਰੈਕਟੈਂਗਲ, ਆਈਸੋਸੇਲਿਸ, ਟ੍ਰਾਇੰਗਲ,
इदां आइसोसलीस ट्रपीजियम ते इदां ट्रपीजियम बारे जाणिया, संब चतुर्भुज रोम्बस बारे जाणिया ते समांतर चतुर्भुज का सारा टॉपिक सीगा। समांतर चतुर्भुज के गुण, सब तो पहला गुण यही पढ़िया कि ऑपोजिट साइड जनरली की होंदियां ने इक्वल होंदियां ने, मतलब ए वाली साइड इहदे इक्वल आ गई और ए वाली साइड जिहड़ी है ये इहदे इक्वल आएगी। ठीक है, उस तो बाद असीं प्रूफ किया, ये सवाल सी प्रूफ किया कि सम चतुर्भुज समांतर चतुर्भुज के ਜਿਹੜੀਆਂ सन्मुख कोण ਹੁੰਦੇ ਹਨ, सन्मुख कोण मतलब कि आ ए एंगल ਜਿਹੜਾ है वो सी एंगल के बराबर है तो डी एंगल ਜਿਹੜਾ है वो बी एंगल के बराबर है। ओके, उस तो बाद असीं जाणिया कि सम ऑफ दी टू एडजेसेंट एंगल्स आर इक्वल टू 180 डिग्री। ठीक है, एडजेसेंट एंगल किहड़े हो गए, आ फर्स्ट एंगल आ सैकेंड एंगल, इन्हां दोनों का सम 180 डिग्री। ਇਹਦੀ 2 ਤੇ 3 एंगल ਜਿਹੜਾ है वो 180 डिग्री, 3 ਤੇ 4 180 डिग्री, 1 ਤੇ 4 180 डिग्री। ठीक है, ओके, उस तो बाद ਇਹ ਸਮ ਸੀ। ਉਸ ਤੋਂ ਬਾਅਦ ਲਾਸਟ ਵਿੱਚ ਅਸੀਂ ਪੜਿਆ ਕਿ ਡਾਇਗਨਲ ਜਿਹੜੇ ਨੇ ਯਾਨੀ ਕਿ ਵਿਕਰਨ ਸਮ ਚਤੁਰਭੁਜ ਸਮਾਂतर ਚਤੁਰਭੁਜ ਵਿੱਚ ਵਿਕਰਨ ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੇ ਹਨ। ਕੀ ਕਰਦੇ ਹਨ, ਸਮਦੋਭਾਜਿਤ ਮਤਲਬ ਕਿ ਬਾਈਸੈਕਟ ਕਰਦੇ ਹਨ। ਇਹ ਸਾਰੀਆਂ ਪ੍ਰੋਪਰਟੀਜ਼ ਪਹਿਲਾਂ ਤੁਸੀਂ ਇਕੱਠੀਆਂ ਲਿਖਣੀਆਂ ਨੇ ਚਾਰੋਂ ਦੀਆਂ ਚਾਰੋਂ। ਠੀਕ ਹੈ, ਜਿੱਥੇ ਤੁਸੀਂ ਇਹ ਸਮਾਂतर ਚਤੁਰਭੁਜ ਦੇ ਗੁਣ ਲਿਖਿਆ ਸੀ। ਓਕੇ, ਇੱਥੇ ਸਾਰੀਆਂ ਚਾਰ ਦੀਆਂ ਚਾਰੋਂ ਹੀ ਪ੍ਰੋਪਰਟੀਜ਼ ਪਹਿਲਾਂ ਲਿਖਣੀਆਂ ਨੇ, ਫਿਰ 1 ਬਾय 1 ਕਰਕੇ ਹੈਡਿੰਗ ਦੇ ਕੇ ਜਿੱਦਾਂ ਬੁੱਕ 'ਚ ਦਿੱਤਾ ਹੈ ਉਹਨੂੰ ਫਿਰ ਤੁਸੀਂ ਪ੍ਰੂਫ ਕਰਨਾ ਹੈ। ਜਾਂ ਤੁਸੀਂ ਪਹਿਲਾਂ ਪ੍ਰੂਫ ਕਰ ਲਓ ਤੇ ਲਾਸਟ ਵਿੱਚ ਇਹ ਸਾਰੀਆਂ ਪ੍ਰੋਪਰਟੀਜ਼ ਇੱਥੇ ਲਿਖ ਦਿਓ ਦੁਬਾਰਾ। ਇੱਦਾਂ ਕੰਮ ਕਰ ਲਓ, ਪਹਿਲਾਂ ਉਹ ਸਾਰਾ ਜਿੱਦਾਂ ਕੀਤਾ ਉੱਦਾਂ ਕਰ ਲੈਣਾ। ਉਸ ਤੋਂ ਬਾਅਦ ਇਹ ਵਿੱਚੋਂ ਪਹਿਲੀ ਪ੍ਰੋਪਰਟੀ ਕੀ, मतलब कि ਅਸੀਂ ਕੀ ਸਿੱਖਿਆ, ਇਹ ਤੁਸੀਂ ਜ਼ਰੂਰ ਲਿਖਣਾ ਹੈ, ਅਸੀਂ ਕੀ ਸਿੱਖਿਆ। ਠੀਕ ਹੈ, what we have learnt। तो फर्स्ट प्रॉपर्टी, सैकेंड प्रॉपर्टी, थर्ड प्रॉपर्टी, फोर्थ प्रॉपर्टी, उस तो बाद तुहाडी शुरू होएगी 3.1 एक्सरसाइज। थैंक यू वेरी मच। ये सारा काम हुण अपनी कॉपी से सारे बच्चों ने कर लेना है। 3.1 एक्सरसाइज असीं नैक्सट टाइम करांगे। बाय।